ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਹ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, जैसे हम सतगुर राख लिए छड़ाए। सतनाम वाहिगुरु साहिब जीओ। गावे को ताण होवे किसै ताण, गावे को दात जाने निशान। ਸਾਹਿਬ ਸਤਿਗੁਰੂ ਦੀਨ ਦੁਨੀ ਦੇ ਮਾਲਿਕ ਸਰਬਰੇ ਕਾਇਨਾਤ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਜਪ ਬਾਣੀ ਦੀ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵਿਆਖਿਆ ਤੋਂ ਉਪਰੰਤ ਇਸ ਪਾਵਨ ਸਥਾਨ 'ਤੇ 16 ਅਪ੍ਰੈਲ ਤੋਂ ਸ਼ੁਰੂ ਹੋਈ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਸ ਬਾਣੀ ਨੂੰ ਫਿਰ ਘੋਖਣ ਦਾ, ਪੜ੍ਹਨ ਦਾ, ਵਿਚਾਰਨ ਦਾ ਸਤਿਗੁਰ ਜੀ ਨੇ ਸੁਭਾਗ ਬਖਸ਼ਿਆ। ਆਓ ਜੀ, ਜਿੰਨੇ ਆਪ ਗੁਰ ਦਰਬਾਰ ਵਿੱਚ ਮੌਜੂਦ ਹੋ, ਜਿੰਨੇ ਦੂਰ ਦਰਾਡੇ ਘਰ ਬੈਠੇ ਸਰਵਣ ਕਰ ਰਹੇ ਹੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੱਕ ਅਸੀਂ ਵਿਚਾਰ ਕੇ ਆਏ ਸਾਂ ਕਿ ਉਹ ਇੱਕ ਹੈ ਅਤੇ ਉਹਦਾ ਸਵਰੂਪ ਬਿਆਨ ਤੋਂ ਬਿਨਾਂ ਹੈ। ਅਕਾਲ ਮੂਰਤ ਹੈ, ਉਹਦਾ ਸਵਰੂਪ, ਉਹਦਾ ਮੁਜੱਸਮਾ, ਉਹਦੀ ਜਿਹੜੀ ਮੂਰਤ ਹੈ ਉਹ ਅਕਾਲ ਹੈ। ਅਕਾਲ ਦੇ ਦੋ ਅਰਥ ਕੀਤੇ ਸੀ, ਇੱਕ ਕਾਲ ਮੌਤ ਤੋਂ ਪਰਾਂ ਅਤੇ ਇੱਕ ਸਮਾਂ ਤੋਂ ਪਰਾਂ, ਸਮੇਂ ਤੋਂ ਪਰਾਂ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 4 ਤਰੀਕੇ ਦੱਸੇ ਕਿ ਇਸ ਯਤਨ ਨਾਲ ਰੱਬ ਨਹੀਂ ਪ੍ਰਾਪਤ ਹੋਇਆ ਅਤੇ ਨਹੀਂ ਕੀਤਾ ਜਾ ਸਕਦਾ। ਨਾ ਤਨ ਦੀ ਸੁਚਮਤਾ ਦੇ ਨਾਲ, ਨਾ ਭੁੱਖੇ ਰਹਿਣ ਨਾਲ, ਨਾ ਮੌਨ ਰੱਖਣ ਨਾਲ, ਅਤੇ ਨਾ ਦੁਨੀਆ ਦੇ ਪਦਾਰਥ ਇਕੱਠੇ ਕਰਨ ਨਾਲ। ਔਰ ਗੁਰੂ ਅਰਜਨ ਸਾਹਿਬ ਜੀ ਨੇ ਦੋਨੋਂ ਰੂਪ ਦੇ ਵਿੱਚ ਸੋਚ ਦਾ ਵੀ ਜ਼ਿਕਰ ਕੀਤਾ ਕਿ ਕਾਹੇ ਸੋਚ ਕਰਹਿ ਰੇ ਪ੍ਰਾਣੀ। ਇਹ ਥਿੰਕਿੰਗ ਲਈ ਹੈ, ਸੋਚਣ ਲਈ ਹੈ। ਔਰ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਹ ਦੋਨੋਂ ਰੂਪ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉਦਾਹਰਣ ਦੇ ਰੂਪ ਦੇ ਵਿੱਚ ਸੰਗਤ ਨੂੰ, ਸਿੱਖਾਂ ਨੂੰ, ਧਰਤੀ ਦੇ ਲੋਕਾਂ ਨੂੰ ਸਮਝਾਉਂਦੇ ਆ। ਪਰ ਇੱਥੇ ਸੌਚ ਲਫ਼ਜ਼ ਸੁਚਮਤਾ ਦਾ ਪ੍ਰਤੀਕ ਹੈ। ਫਿਰ ਅਗਲੀ ਪੌੜੀ, ਦੂਸਰੀ ਪੌੜੀ ਦੇ ਵਿੱਚ ਵਾਹਿਗੁਰੂ ਜੀ ਦਾ ਹੁਕਮ ਜਿਹੜਾ ਹੈ, ਉਹਦੇ ਵਿੱਚੋਂ ਹੀ ਸਾਰਾ ਆਕਾਰ ਸ੍ਰਿਸ਼ਟੀ ਦੀ ਸਿਰਜਣਾ ਹੋਈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੂਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਦਾਤਾ ਵੀ ਤੂੰ ਹੈ ਅਤੇ ਕਰਤਾ ਵੀ ਤੂੰ ਹੈ। ਅਤੇ ਹੁਣ ਅਸੀਂ ਅਗਲੀ ਪੌੜੀ ਵਿੱਚ ਪੜ੍ਹਾਂਗੇ। ਸਤਿਗੁਰੂ ਜੀ ਨੇ ਬਿਆਨ ਕੀਤਾ ਕਿ ਹੁਕਮ ਦੇ ਵਿੱਚ ਕੋਈ ਉੱਤਮ ਹੈ, ਕੋਈ ਨੀਚ ਹੈ। ਲਿਖੇ ਨੇ ਦੁੱਖ ਅਤੇ ਸੁੱਖ ਸਾਡੇ। ਔਰ ਜਿਹੜਾ ਆਪਣੀ ਹਉਮੈ ਨੂੰ ਖ਼ਤਮ ਕਰੇਗਾ ਉਹੀ ਹੁਕਮ ਨੂੰ ਸਮਝੇਗਾ। ਅਤੇ ਇਹਦਾ ਮਤਲਬ ਹਉਮੈ ਖ਼ਤਮ ਨਹੀਂ ਹੋਏਗੀ ਅਤੇ ਫਿਰ ਹੁਕਮ ਦੀ ਸੋਝੀ ਨਹੀਂ ਆਏਗੀ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਜਿੰਨੀ ਜਿੰਨੀ ਹਉਮੈ ਖ਼ਤਮ ਹੋਏਗੀ ਉਨੀ ਉਨੀ ਹੁਕਮ ਦੀ ਸੋਝੀ ਹੋਣੀ ਸ਼ੁਰੂ ਹੋ ਜਾਏਗੀ। ਜਿਉਂ-ਜਿਉਂ ਹਉਮੈ ਖ਼ਤਮ ਕਰਾਂਗੇ, ਜਿੰਨੀ ਜਿੰਨੀ ਖ਼ਤਮ ਕਰਾਂਗੇ ਉਨੀ ਕੁ ਉਨੀ। ਅਤੇ ਕਿਸ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਜੀ, ਇਹਦਾ ਤਾਂ ਸਾਨੂੰ ਕੋਈ ਸਮਝ ਨਹੀਂ। ਫਿਰ ਮਹਾਰਾਜ ਜੀ ਨੇ ਤੀਸਰੀ ਪੌੜੀ ਵਿੱਚ ਦੱਸਿਆ ਕਿ ਜਿਹਦੀ ਜਿੰਨੀ ਹਉਮੈ ਖ਼ਤਮ ਹੋਈ ਹੈ ਉਹ ਉਹਨੂੰ ਉਨਾ ਜਾਣ ਸਕਿਆ। ਕੋਈ ਉਹਨੂੰ ਤਾਕਤ ਕਰਕੇ ਗਾ ਰਿਹਾ,
19 ਉਹਦੀ ਹਉਮੈ ਖਤਮ ਹੋਈ ਤੇ ਉਹਨੇ ਪਛਾਣਿਆ ਕਿ ਉਹਦਾ ਤਾਣ ਤਾਕਤ ਬੜੀ ਹੈ। ਕੋਈ ਉਹਦੀ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਪਛਾਣ ਸਕਿਆ, ਕੋਈ ਉਹਦੀ ਵਿਦਿਆ ਨੂੰ ਪਛਾਣ ਸਕਿਆ, ਕੋਈ ਉਹਦੀ ਇਸ ਧਰਤੀ ਤੇ ਦਿੱਤੀ ਹੋਈ ਬਣਾਉਣ ਵਾਲੀ ਬਿਰਤੀ ਤੇ ਬਣਾ ਕੇ ਫਨਾ ਕਰਨ ਵਾਲੀ ਬਿਰਤੀ। ਸੋ ਇਹ ਹੁਕਮ ਅਸੀਮ ਹੈ, ਪਰ ਸਤਿਗੁਰੂ ਜੀ ਨੇ ਇਹ ਕਹਿ ਦਿੱਤਾ ਕਿ ਇਸ ਧਰਤੀ ਤੇ ਕੋਈ ਵੀ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਪਰ ਅੱਗੇ ਸਤਿਗੁਰੂ ਜੀ ਨੇ ਕਿਹਾ ਜਿੰਨਾ ਜਿਹਨੂੰ ਪਤਾ ਲੱਗਿਆ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ, ਉਹਨੇ ਉਸ ਰੂਪ ਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਗਾਵੇ ਨੇ। ਤੇ ਆਓ ਸਤਿਗੁਰੂ ਜੀ ਬਖਸ਼ਿਸ਼ ਕਰਨ। ਹੁਣ ਅਗਲੀ ਪੌੜੀਆਂ ਦੇ ਵਿੱਚ ਹੁਕਮ ਦੇ ਵਿਸਥਾਰ ਦੇ ਵਿੱਚ ਸਤਿਗੁਰੂ ਜੀ ਬਿਆਨ ਕਰਦੇ, ਪੂਰਨ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਰੂਪ ਦੇ ਵਿੱਚ ਗਾਵੈ ਕੋ ਤਾਣ, ਕਿਸੇ ਦੇ ਉੱਤੇ ਕਿਰਪਾ ਹੋਈ ਤੇ ਉਹਨੂੰ ਉਸ ਵਾਹਿਗੁਰੂ ਦੀ ਤਾਕਤ ਦੀ ਸੋਝੀ ਆਈ ਤੇ ਉਸ ਤਾਕਤ ਨੂੰ ਦੇਖ ਕੇ ਉਹਦੇ ਗੁਣ ਗਾਉਣ ਲੱਗ ਗਿਆ ਕਿ ਸੱਚੇ ਪਾਤਸ਼ਾਹ ਸਾਰੀ ਤਾਕਤ ਦਾ ਮਾਲਕ ਤੂੰ ਹੈ, ਤੂੰ ਹੀ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ। ਗਾਵੇ ਕੋ ਤਾਣ ਹੋਵੈ ਕਿਸੈ ਤਾਣ। किसी नूं ये पता है कि वाहिगुरू सारी जगह तेरा ताण है, तेरी ताकत है। तो किसी नूं तू ताकत बख्श दी है किसी पख दी, वो उस ताकत नूं लैके शुकराना कर रहा है, गाव रहा है। गावे को दात जाणै निशान, किसी नूं तू दातां दित्तियां ते उस दाते दे निशान, निशान दा मतलब समझदे हो, दित्ती हुई दात दा निशान भाव ये दात तैनूं दित्ती है, पर किन्ने दित्ती है? जिन्हें दित्ती है उहदा निशान है, उहदी मोहर। किसी भी कंपनी तो कोई चीज़ लो, उहदी मोहर उहदे उत्ते लिखी पई हुंदी है बई ये फलानी थां दा निशान है, ये फलानी थां दी चीज़ है, ये फलानी जगह तो बन के आई है, इहदे ते फलानी मोहर है। वाहिगुरू सच्चे पातशाह जिहदे उत्ते थोड़ा जिहा नदरे इनायत रूप मेहर करदा है, उहनूं ये पता लग जांदा है तेरियां दातां ते तेरा ही निशान है, कि भाव ये तू ही दिता है, तेरे तो बिना कोई होर दे भी नहीं सकता। पंज तत् कर तुद सृष्ट सब साजी, कोई छेवां कर सकियो जे किछ कीता होवै, सब कुछ तेरा। अप तेज बाय पृथ्वी आकाशा, ये भी तू बढ़ाउण वाला पंजे तत्त। ये सब जियो पिंड नक मुख दिया, बर्तन को पानी अन खाना कपड़ पहनण दिया, रस अन भोगाणी, ये सब तेरा निशान है। तेरी दित्ती हुई दात दे निशान भाव दात दी पछाण जिन्हों हो गई। कोई तुहानूं इवें गा रहा है, अगे सरवण करो जी। गावे को गुण वडियाइयां चार, गावे को विद्या विखम विचार। गावे को गुण वडियाइयां चार। कोई वाहिगुरू जी तुहाडे हुक्म नूं इन्ना समझ सकिया कि जिन्नियां भी तुहाडी इस धरती ते दित्तियां होईयां बख्शिशां ने एथिकली, वो गुण तुहाडे ही ने। कि जे मैं गावां तो मैनू गुण मिलणगे, जे नहीं गावां हर बिसरत तेरे गुण गलिया। गुण वडियाइयां चार, चार दे बड़े अर्थ कीते ने। पहला चार दा अर्थ कीता है आचार विहार, एथिकल डीड्स, कि तुहाडी दित्तियां होईयां गुणां दियां वडियाइयां, इहदी ये आचारता तुहाडी है। चार दे अर्थ चार वेदां दे भी कीते हुए ने कईयां ने। गुण वडियाइयां चार, कि चार वेदां विचों गुणां नूं संप्रदाय टीके वाले चार वेदां वल लैके जांदे है। ते प्रोफैसर सैब सिंह चार दे अर्थ नूं विस्तार करदे होए एक होर टीके दे विच नहीं, एक होर किताब दे विच उन्हां ने एक किताब होर लिखियां बाबाणियां कहाणियां दे विच जिक्र करदे है कि चार दा मतलब चार पदार्थ जे को मांगै साध जना की सेवा लागे। चार दे अर्थ बहुत रूप दे विच कीते गए ने। गावे को गुण वडियाइयां चार, कि कोई तुहाडी वडियाइयां नूं लै के इत्थे चार दा मतलब उचार रहा है, उहदी विचार कर रहा है, गा रहा है। गावे को विद्या विखम विचार, कोई तुहाडे हुक्म नूं इन्ना समझ सकिया कि किसी नूं तुसी विद्या बख्शी है ते तुहाडी दित्ती हुई कठिन विद्या दी वो विचार कर रहा है। ये हुक्म हर एक दे नाल इक्को जिहा नहीं वरतदा। इत्थे जिन्ने जिस तरह के जीव ने, करोड़ां ही जीवां दे विच हर एक दे अंदर वाहिगुरू दे हुक्म दी सोझी वखरी वखरी है। किसी नूं उहदी ताकत दी सोझी हुंदी है, किसी नूं ਉਹਦੇ ਦਿੱਤੇ ਹੋਏ ਗੁਣਾਂ ਦੀ ਸੋਝੀ ਹੁੰਦੀ ਹੈ, ਤੇ ਕੋਈ ਉਹਦੀ ਵਿਦਿਆ ਦੀ ਵਿਖਮ
ਕਠਿਨ ਵਿਚਾਰ ਦੇ ਵਿੱਚ ਉਹਦਾ ਸ਼ੁਕਰਾਨਾ ਕਰਦਾ ਹੈ ਜੀ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਕੋਈ ਉਸ ਵਾਹਿਗੁਰੂ ਜੀ ਦੇ ਇਸ ਹੁਕਮ ਨੂੰ ਗਾ ਰਿਹਾ ਹੈ ਸਮਝ ਕੇ ਕਿ ਵਾਹਿਗੁਰੂ ਤੂੰ ਸਿਰਜਣਹਾਰਨ ਵਾਲਾ, ਸਿਰਜਣ ਵਾਲਾ ਵੀ ਹੈ ਤੇ ਫਨਾ ਕਰਨ ਵਾਲਾ ਵੀ ਹੈ, ਖੇ ਕਰਨ ਵਾਲਾ ਵੀ ਹੈ, ਇਸ ਦੇਹੀ ਨੂੰ ਬਣਾਉਣ ਵਾਲਾ ਵੀ ਤੂੰ ਹੈ ਤੇ ਫਨਾ ਕਰਨ ਵਾਲਾ ਵੀ ਤੂੰ ਹੈ। ਇਸ ਧਰਤੀ ਤੇ ਜਿੰਨਾ ਕੁਝ ਦਿਸ ਰਿਹਾ, ਯਖ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ, ਫਨਾ ਕਰਨ ਵਾਲਾ ਤੂੰ ਹੈ, ਬਣਾਉਣ ਵਾਲਾ ਵੀ ਤੂੰ ਹੈ, ਸਭ ਕੁਝ ਤੇਰੇ ਹੱਥ ਦੇ ਵਿੱਚ ਹੈ। ਕੋਈ ਤੇਰੇ ਹੁਕਮ ਨੂੰ ਇਸ ਰੂਪ ਦੇ ਵਿੱਚ ਜਾਣ ਕੇ ਗਾ ਰਿਹਾ ਹੈ ਕਿ ਵਾਹਿਗੁਰੂ ਤੂੰ ਦੇਣ ਵਾਲਾ ਵੀ ਹੈ ਤੇ ਤੂੰ ਖੋਣ ਵਾਲਾ ਵੀ ਹੈ, ਤਨ ਬਣਾਇਆ ਵੀ ਤੂੰ ਹੈ ਤੇ ਤਨ ਨੂੰ ਮਿੱਟੀ ਕਰਨ ਵਾਲਾ ਵੀ ਤੂੰ ਹੈ। ਗਾਵੇ ਕੋ ਜੀ ਲੈ ਫਿਰ ਦੇ, ਤੇ ਜਿੰਦ ਕਿਸੇ ਦੇ ਵੱਸ ਦੀ ਨਹੀਂ ਹੈ। ਇੱਥੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕਹਿੰਦੇ ਜਦ ਉਹਦਾ ਹੁਕਮ ਆ ਗਿਆ ਫਿਰ ਵੈਦ ਵੂਦ ਸਭ ਮਹਾਰਾਜ ਕਹਿੰਦੇ ਫਿੱਕੇ ਪੈ ਜਾਂਦੇ ਆ, ਫਿਰ ਕਿਸੇ ਦੀ ਨਹੀਂ ਚੱਲਦੀ, ਕਿਉਂਕਿ ਜਿੰਦ ਦੇਣ ਵਾਲਾ ਤੇ ਜਿੰਦ ਨੂੰ ਖੋਣ ਵਾਲਾ ਵੀ ਵਾਹਿਗੁਰੂ ਤੂੰ ਹੈ। ਇਸ ਕਰਕੇ ਤੇਰੇ ਹੁਕਮ ਨੂੰ ਕੌਣ ਬਿਆਨ ਕਰ ਸਕਿਆ? ਜਿੰਨੇ ਜਿੰਨਾ ਸਮਝਿਆ ਉਹਨਾਂ ਗਾਈ ਜਾ ਰਿਹਾ। ਇੱਥੇ ਬੇਅੰਤ ਹੀ ਬੇਅੰਤ ਮਹਾਰਾਜ ਜੀ, ਪਰ ਇੱਕੋ ਗੱਲ ਕਿ ਹੁਕਮ ਨਾ ਕਿਹਾ ਜਾਏ, ਤੇਰੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਿੰਨੇ ਜਿੰਨਾ ਸਮਝਿਆ ਉਹਨਾਂ ਗਾ ਰਿਹਾ ਹੈ ਜੀ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਇਹਦੇ ਨਾਲ ਦੀ ਸੇਮ ਸਕੂਲ ਆਫ ਥਾਟ ਅੱਗੇ ਪੜਾਂਗੇ। ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ, ਕਿ ਆਪਣੇ ਆਪਣੇ ਕਰਮਾਂ ਦੇ ਸੋਝੀ ਦੇ ਅਨੁਸਾਰ ਅਸੀਂ ਉਸ ਵਾਹਿਗੁਰੂ ਨੂੰ ਨੇੜੇ ਵੀ ਵੇਖਦੇ ਹਾਂ ਤੇ ਉਹਨੂੰ ਦੂਰ ਵੀ ਜਾਪਦੇ ਹਾਂ। ਪਰ ਕੋਈ ਉਹਨੂੰ ਨੇੜੇ ਜਾਪ ਕੇ ਉਹਦੇ ਹੁਕਮ ਨੂੰ ਕਿ ਉਹ ਹੈ, ਗਾਵੇ ਕੋ ਜਾਪੈ ਦਿਸੈ ਦੂਰ, ਤੇ ਕਿਸੇ ਨੂੰ ਬਹੁਤ ਦੂਰ ਹੈ, ਕਿਸੇ ਨੂੰ ਬਹੁਤ ਦੂਰ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਿਸੇ ਨੂੰ ਲੱਗਦਾ ਨਹੀਂ ਉਹ ਤੇ ਨੇੜੇ ਹੈ, ਤੇ ਰਵਿਦਾਸ ਨੂੰ ਲੱਗਿਆ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਇਸ ਧਰਤੀ ਤੇ ਬੜੇ ਸਨ ਕਿ ਜਿਹੜੇ ਲੱਭ ਨਹੀਂ ਸਕੇ। ਕੋਈ ਕਿੱਥੇ ਕਹਿੰਦਾ, ਕੋਈ ਕਿੱਥੇ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾਕੋ ਸੀਸ ਨਿਵਾਇਓ। ਕਹਿੰਦੇ ਦੂਰ ਹੀ ਦੂਰ ਹੈ, ਕਹਿੰਦੇ ਦੂਰ ਹੀ ਦੂਰ ਹੈ। ਇਸ ਤਰ੍ਹਾਂ ਉਹਨਾਂ ਨੇ ਕਦੀ ਰੱਬ ਦਾ ਭੇਦ ਨਹੀਂ ਪਾਇਆ। ਇਹ ਹੁਕਮ ਹੈ ਉਸ ਵਾਹਿਗੁਰੂ ਦਾ, ਕਰਤੇ ਦਾ। ਕੋਈ ਉਸ ਵਾਹਿਗੁਰੂ ਨੂੰ ਉਹਦੇ ਹੀ ਹੁਕਮ ਵਿੱਚ ਦੂਰ ਬੰਨੀ ਬੈਠਾ ਤੇ ਕੋਈ ਉਸ ਦੇ ਹੀ ਹੁਕਮ ਦੇ ਵਿੱਚ ਉਸ ਵਾਹਿਗੁਰੂ ਨੂੰ ਆਪਣੇ ਅੰਦਰੋਂ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ। ਦੀਦਾਰ ਕਰਕੇ ਕਹਿੰਦੇ ਬਿਸਮਾਦ ਹੈ। ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਪਈ, ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ। ਉਹ ਇਸੀ ਰੂਪ ਦੇ ਵਿੱਚ ਮੁਹੱਬਤ ਵਿੱਚ ਜੁੜਿਆ ਹੋਇਆ। ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਲੇਖਾ ਮਤਲਬ ਹੁਕਮ, ਹੁਕਮ ਉਸ ਹੱਥ ਦੇ ਵਿੱਚ ਹੈ ਕਰਤੇ ਦੇ। ਕਿਸੇ ਨੂੰ ਧੱਕੇ ਮਾਰ ਕੇ ਦੂਰ ਕਰ ਦਿੱਤਾ, ਉਹਨੂੰ ਦੂਰ ਜਾਪਦਾ, ਉਹ ਉਸ ਕਰਕੇ ਗਾ ਰਿਹਾ ਨਹੀਂ ਜੀ ਅਜੇ ਤੇ ਦੂਰ ਹੈ, ਅਜੇ ਤੇ ਇਵੇਂ ਮਿਲੇਗਾ ਇਵੇਂ। ਕਿਸੇ ਨੂੰ ਉਹਨੂੰ ਅੰਦਰ ਹੀ ਹਾਜ਼ਰਾ, ਹਾਜ਼ਰਾ ਲਫ਼ਜ਼ ਹੈ ਜੀ ਫਾਰਸੀ ਅਰਬੀ ਦਾ। ਗੁਰਮਤ ਦੇ ਵਿੱਚ ਜਿੱਥੇ ਹਾਜ਼ਰ ਜਾਂ ਜਿੱਥੇ ਨਾਜ਼ਰ, ਉੱਥੇ ਦੱਦਾ ਲਫ਼ਜ਼ ਬਹੁਤ ਜ਼ਿਆਦਾ ਵਰਤਿਆ ਗਿਆ। ਹਾਦਰ ਨਾਦਰ ਵੀ ਆਇਆ, ਨਾਦਰ ਜੱਜੇ ਦੀ ਥਾਂ ਦੱਦਾ ਬਹੁਤ ਵਰਤਿਆ ਗਿਆ ਗੁਰੂ ਨਾਨਕ ਸਾਹਿਬ ਜੀ ਨੇ। ਸੋ ਇਹ ਹਾਜ਼ਰਾ ਹਜ਼ੂਰ, ਪਰ ਇਹਨੂੰ ਪੜ੍ਹਨਾ ਲਿਖਿਆ ਹਾਦਰਾ ਹਜ਼ੂਰ ਹੈ। ਅਰਥ ਹਾਜ਼ਰ ਵਾਲੇ ਹੋਣਗੇ, ਪਰ ਹੈਗਾ ਇਹ ਹਾਦਰਾ ਕਿ ਜਿਹੜਾ ਲਾਗੇ ਬਿਲਕੁਲ ਨੇੜੇ ਤੋਂ ਨੇੜੇ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਮਾਲੇ ਕਰਾਮਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੂ। ਅੱਗੇ ਜਾ ਕੇ ਜ਼ਿਕਰ ਕੀਤਾ ਕਿ ਜਹਾਂ ਪਾਕ ਜ਼ਬਰਸਤ ਜ਼ਾਹਰ ਜ਼ਹੂਰ, ਇਹ ਜਿਹਨੂੰ ਹਾਦਰ ਹਦੂਰ ਕਹਿ ਰਹੇ ਨਾ, ਕਹਿੰਦੇ ਜਿੱਥੇ ਰੱਬ ਤੇਰਾ ਨਾਮ ਕੋਈ ਚੇਤਾ ਕਰੇ ਤੂੰ ਉਹਦੇ ਅੰਗ ਸੰਗ ਹੋ ਜਾਂਦਾ। ਜਹਾਂ ਪਾਕ ਜ਼ਬਰਸਤ ਜ਼ਾਹਰ ਜ਼ਹੂਰ, ਅਤਾ ਮੈਂ ਦੇਹਤ ਹਮਚੋ ਹਾਦਰ ਹਦੂਰ। ਕਹਿੰਦੇ ਤੂੰ ਮੇਰੇ ਤੇ ਰਹਿਮ ਕਰ ਕਿ ਮੈਂ ਤੈਨੂੰ ਹਰ ਜਗ੍ਹਾ ਦੇਖ ਸਕਾਂ। ਇਹ ਵਾਹਿਗੁਰੂ ਜੀ ਤੁਹਾਡੇ ਹੁਕਮ ਦੀ ਇਹ ਡਾਇਮੈਂਸ਼ਨਸ ਨੇ, ਇਹ ਤੁਹਾਡੇ ਹੁਕਮ ਦੀ ਵੰਨਗੀ ਹੈ। ਕੋਈ ਕਿਸੇ ਰੂਪ 'ਚ, ਕੋਈ ਕਿਸੇ ਰੂਪ ਦੇ ਵਿੱਚ ਤੁਹਾਨੂੰ ਜਾਣ ਰਿਹਾ ਹੈ ਜੀ। ਕਥਨਾ ਕਥੀ ਨ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਇਹਨੂੰ ਅਨੁਨਾਸਿਕ ਧੁਨੀ ਦੇ ਉਚਾਰਨ ਵਿੱਚ ਹੀ ਪੜਿਆ ਭਾਈ ਸਾਹਿਬ ਜੀ ਨੇ। ਕਥੀ
कथना कथी ना आवे। हाँ हुण कथी ही पढ़ना है, क्योंकि कथन बहुवचन है। बड़े लोगों ने जतन किया इत्थे जाको जोगी जति फुन किन्ने जाको जोगी जति सिद्ध साधक अनेक तप जटा जूट भेख किए फिरत उदास को। कोई अंत थोड़ी है। कथना कथी न आवे तोट, कहते कथन करने वाले कथ कथ के कदी थके नहीं। किने जेहबा एक देखो किड्डा एक शब्द। इस धरती ते बड़े वड्डे वड्डे आए। कौन कौन आया? कहते ब्रह्मा दे पुत्र भी सनक सनंद महेश समाना सेख नाग तेरो मरम ना जाना। जिदी जुबान ही 1000 हैगियां, सहस जुबाना नाल सहस वारी वो लखां वारी उचारे। जेहबा एक कवन गुण कहिए बेशुमार बेअंत स्वामी तेरो। ਇਹਦਾ ही जिक्र गुरु अर्जुन साहब कहते बेशुमार अथाह अगनत अतुल है, नहीं बोलिया जा सकता। हाँ तू जिमें बुलाएगा, जिन्हों साहिब गुरु नानक साहब जी कहते तू सुल्तान कहा हो मियाँ तेरी कवन वडाई, जो तू दे सो कहा स्वामी मैं मूर्ख कहन ना जाई। कोई नहीं बयान कर सकता। कथना कथी थी अनुनासिक ना आवे तोट, कोई थकिया नहीं तोट कहते घाटा नहीं आया तेनू तेरी सिफतां नू हुक्म नू गा गा के। कथ कथ कथी फिर अनुनासिक धुनी नाल बहुवचन है। कथ कथ कथी कोटी कोट कोट, कोटी का मतलब करोड़ां 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 वारी भी कोई वाहिगुरू तेरे हुक्म नू बयान करके गाए। कोई उदी ताकत नू गाए, कोई उदी दात दे निशान नू गाए, कोई उदी विखम विद्या नू गाए, कोई गुण वडियाई नू गाए, कोई किसी रूप दे विच तू बनाउण वाला खत्म करन वाला है, तू जिंद दे के कड्ढण वाला भी है। वाहिगुरू तेरे हुक्म नू बयान नहीं कीता जा सकदा जी। देंदा दे लैंदे थक पाहे, जुगा जुगंतर खाही खाहे। देण वाला तू है, असी लैके खाण वाले हैं। देंदा दे लैंदे थक पाहे। महाराज जी तू दे दे के नहीं थकेगा। गुरु नानक साहब कहते वो वाहिगुरू दे के नहीं थकदा। वो तो इन्ना भंडारा दे जो कुछ पाया सो एका वार। उन्हें भंडारे भर दिते खजानियां दे, सारे भंडारे उहदे भरे हुए ने। पर बंदा थक सकदा लै लैके। हाँ बाबा फरीद कहते चब्बण जेड़े दंद चिथण वाले से ये भी खत्म हो गए। रतन जेड़े सन लैके खा खा के इथों तक इन्नी निक्की झंगी है थल डूंगर। कहते सारा कुछ अस गयो मैं तुर जाता सी, हुण कहते हुण तुरिया नहीं जाता। इसका मतलब कोई ओदा घाटा थोड़ी पै गया, घाटा तो इहदा पै गया। ये थक जाएगा, सुरत थक जाएगी। इहदा जिक्र कीता। कहा गए बाबा बोलते थे, कहा गए देही के संग रहते, सुरत माए जो नृत्य करते, कथा वार्ता कहते। हुण ये थक गए। असी ये सुरत थक सकती है, जिंद थक सकती है, पर वाहिगुरू तेरी दातां दे विच कदी कदी थकेवा नहीं आ सकता। देण च देंदा दे लैंदे, देदा नहीं देंदा, अनुनासिक तो नहीं। देदा दे लैदे अर्थ कुछ होर बनणगे। देंदा दे लैंदे थक पाहे, पाहे बिंदी ला के थक जावांगे असी, थकदे हां। जुगां जुगंतर खाही खाहे, खाही नहीं पढ़ना, खाही बिना बिंदी तो, खाही खाहे बिंदी दे नाल पढ़ना है। जुगां जुगंतर तो असी लै लैके खा रहे हैं भुंच रहे हैं। पर वाहिगुरू खाण वाले थक जाणगे, पर देण वाला कदी नहीं थकदा जी। हुक्मी हुक्म चलाए राह, नानक विगसै वे परवाह। पर उहदे हुक्म विच ते इंसान दे हुक्म च फर्क ये है कि उन्हें एक बारी हुक्म देता तो हुक्म दे के मस्त होके बह गया, तो सब कुछ अपनी रीत विच तुरी जा रहा। हुण उहदे हुक्म तो बाहर नहीं, पर बंदियां दा हुक्म ऐसा है, देना देण तो बाद फिर वेखना, फिर बार बार टोकना कि इवें किया सी, इवें क्यों नहीं होता। गुरु नानक साहब कहते वो इसलिए वड्डा है क्योंकि वो हुक्म दे के फिर बिल्कुल, क्योंकि वो दे के तो फिर जिन्हों उन्हें हुक्म देता वो उवें ही है। दिन ते पहर पहर ते घरियां औद घटै तन छीजै। ये सब कुछ हुक्म विच चल रहा है। भै विच सारा कुछ, भै विच अगन वह है, ये सारा कुछ। ये पवन भी वह रही है, भै विच लख दरियाओ भी चल रहे हैं, अगन वेगार भी कढ़ रही है। अगन केड़ी केड़ी, समुंदर के अंदर दी अगन वखरी, भोजन पकाउण वाली अगन वखरी, काम दी अगन वखरी, जठर अगन जिन्हों कहते गर्भ दी अगन वखरी। किन्नी किन्नी तरह दीयां अगनां जेड़ियां तेरे सारी धरती दे अंदर दी अगन वखरी, भोजन नूं पकाउण वाली वखरी।
ਇਹ ਸਾਰਾ ਹੁਕਮ ਚਲੀ ਜਾ ਰਿਹਾ। ਕੋਈ ਇਹ ਥੋੜੀ ਕਿਹਾ ਕਿ ਅੱਗ ਕਹਿੰਦੀ ਹੈ ਮੈਂ ਜੀ ਸੇਕ ਨਹੀਂ ਦੇਵਾਂਗੀ, ਕਿਉਂ ਮੈਨੂੰ ਰੱਬ ਆ ਕੇ ਦੁਬਾਰਾ ਕਹੇ ਤਾਂ ਮੈਂ ਦੇਵਾਂਗੀ ਸੇਕ। ਨਹੀਂ, ਹੁਕਮੀ ਹੁਕਮ ਚਲਾਏ ਰਾਹ। ਜਦ ਉਹਨੇ ਹੁਕਮ ਦੇਤਾ ਤੇ ਉਹਦਾ ਦਿੱਤਾ ਹੋਇਆ ਹੁਕਮ, ਕਿਉਂਕਿ ਉਹ ਹੁਕਮੀ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ ਹੈ। ਹੁਕਮੀ ਦਾ ਮਤਲਬ ਹੁਕਮ ਦੇਣ ਵਾਲਾ। ਜਦ ਦੇਣ ਵਾਲੇ ਨੇ ਹੁਕਮ ਦੇਤਾ ਤੇ ਇਸ ਧਰਤੀ ਤੇ ਸਾਰਾ ਕੁਝ ਦਿੱਤੇ ਹੋਏ ਹੁਕਮ ਦੇ ਰਾਹ ਤੇ ਤੁਰ ਪਿਆ। ਉਹ ਹੁਣ ਰੁਕੇਗਾ ਨਹੀਂ, ਬਿਲਕੁਲ ਨਹੀਂ ਰੁਕੇਗਾ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੱਲਾਹ ਅਲਖ ਅਗਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ। ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨਾ ਹੋਵੀ ਲੇਖ। ਉਹਦੇ ਦਿੱਤੇ ਹੋਏ ਹੁਕਮ 'ਚ ਸਭ ਕੁਝ ਚੱਲ ਰਿਹਾ, ਪਰ ਉਹਦੇ ਉੱਤੇ ਕੋਈ ਹੁਕਮ ਨਹੀਂ ਚੱਲ ਰਿਹਾ। ਉਹਦੇ ਉੱਤੇ ਕੋਈ ਹੁਕਮ ਨਹੀਂ ਹੈ, ਪਰ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੈ। ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨਾ ਹੋਵੀ ਲੇਖ। ਸਿਰ ਦੇ ਉੱਤੇ ਕੋਈ ਲੇਖ ਨਹੀਂ ਹੈ। ਅਸਮਾਨ ਜ਼ਮੀਂ ਚਲਸੀ ਇਹ ਉਹਦੇ ਹੁਕਮ 'ਚ ਚੱਲ ਰਿਹਾ, ਪਰ ਮੁਕਾਮ ਉਹੀ ਏਕ, ਪਰ ਉਹ ਅਡੋਲ ਹੈ। ਦਿਨ ਰਵ ਚੱਲੈ ਹੁਕਮ 'ਚ ਚੱਲ ਰਿਹਾ, ਦਿਨ ਵੀ ਚੱਲ ਰਿਹਾ ਤੇ ਰਾਤ ਵੀ ਹੋ ਰਹੀ ਹੈ। ਦਿਨ ਰਵ ਸੂਰਜ, ਨਿਸ ਸੱਸ ਚੱਲੈ ਨਿਸ ਰਾਤ ਤੇ ਸੱਸ ਸ਼ਸ਼ੀ ਚੰਦਰਮਾ। ਸਾਰਾ ਕੁਝ ਵਾਹਿਗੁਰੂ ਹੁਕਮ 'ਚ ਚਲੀ ਜਾ ਰਿਹਾ। ਚਲਾ ਜਾਏਗਾ, ਇੱਥੋਂ ਫਨਾ ਵੀ ਹੋ ਜਾਏਗਾ, ਬਿਲਕੁਲ ਤੇਰੇ ਹੁਕਮ 'ਚ ਹੈ। ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਿਕਾ ਲੱਖ ਪੁਲੋਏ। ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ। ਸੱਚ ਇਹ ਹੈ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ। ਪਰ ਉਹ ਜਿਹੜਾ ਹੁਕਮ ਦੇਣ ਵਾਲਾ ਹੈ ਉਹ ਆਪਣੇ ਦਿੱਤੇ ਹੋਏ ਹੁਕਮ ਨੂੰ ਦੇਖ ਰਿਹਾ, ਕਿਉਂਕਿ ਉਹ ਹੁਣ ਚਲੰਤੀ ਹੈ, ਉਹਨੇ ਚੱਲਣਾ ਹੀ ਹੈ। ਸਭ ਕੁਝ ਸਾਡੇ ਸਿਰ ਤੇ ਲਿਖਦਾ ਹੈ। ਦੁੱਖ ਵੀ ਸਾਨੂੰ ਮਿਲਨੇ ਹੈ, ਸੁੱਖ ਵੀ ਸਾਨੂੰ ਮਿਲਨੇ ਆ। ਅਸੀਂ ਕਹਿੰਦੇ ਰੱਬ ਨੂੰ ਤਕਲੀਫ ਮੇ ਹੋਏਗੀ ਸਾਡੇ ਦੁੱਖਾਂ ਨੂੰ ਦੇ ਕੇ। ਉਹ ਤੇ ਵਿਗਸੈ ਵੇ ਪਰਵਾਹ, ਉਹ ਤੇ ਵੇਖ ਰਿਹਾ ਤੇ ਵਿਗਸ ਰਿਹਾ। ਉਹ ਬੈਠਾ ਹੈ, ਉਹ ਹਰ ਥਾਂ ਤੇ ਮੌਜੂਦ ਹੈ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ। ਅੱਖ ਹੈ ਮੰਗੈ ਦੇਹ ਦੇ, ਦਾਤ ਕਰੇ ਦਾਤਾਰ। ਭਾਈ ਵੀਰ ਸਿੰਘ ਨੂੰ ਪੜ੍ਹੀਏ ਇਹ ਦੋ ਪੌੜੀਆਂ। ਭਾਈ ਵੀਰ ਸਿੰਘ ਜੀ ਸਿੱਧ ਗੋਸ਼ ਜਿਸ ਵੇਲੇ ਸੁਮੇਰ ਪਰਬਤ ਦੀ ਹੋਈ ਹੈ ਉਹਦੇ ਵਿੱਚ ਵੀ ਜ਼ਿਕਰ ਕਰਦੇ ਆ। ਇਹਦਾ ਜ਼ਿਕਰ ਡਾਕਟਰ ਗੁਲਜ਼ਾਰ ਸਿੰਘ ਕੰਗ ਨੇ ਆਪਣੀ ਕਿਤਾਬ ਵਿੱਚ ਕੀਤਾ ਹੋਇਆ। ਜਦ ਜੋਗੀਆਂ ਨੇ ਪੁੱਛਿਆ ਸੀ ਕਿ ਉਹਦਾ ਹੁਕਮ ਕੀ ਹੈ, ਫਿਰ ਗੁਰੂ ਨਾਨਕ ਸਾਹਿਬ ਨੇ ਇਹ ਪੌੜੀ ਉਚਾਰੀ ਸੀ ਕਿ ਭਲਿਓ ਜਿੱਦੀ ਜਿੱਦੀ ਹਉਮੈ ਜਿੰਨੀ ਜਿੰਨੀ ਘਟੀ ਹੈ, ਉਹਨਾਂ ਉਹਨਾਂ ਉਹਦੇ ਹੁਕਮ ਨੂੰ ਉਹ ਜਾਣ ਸਕਿਆ। ਕੋਈ ਤਾਣ ਕਰਕੇ, ਕੋਈ ਉਹਦੀ ਵਿਦਿਆ ਕਰਕੇ। ਇਹ ਵੀ ਫਿਰ ਗੁਰੂ ਨਾਨਕ ਸਾਹਿਬ ਨੂੰ ਇਹ ਪੁੱਛਿਆ ਸੀ ਕਿ ਉਹ ਸੱਚਾ ਕਿਸ ਤਰ੍ਹਾਂ ਹੈ। ਮਤਲਬ ਹਰ ਇੱਕ ਸ੍ਰਿਸ਼ਟੀ ਦਾ ਬੰਦਾ ਉਹਨੂੰ ਮਿਲਣਾ ਚਾਹੁੰਦਾ ਹੈ, ਅਤੇ ਸਾਨੂੰ ਕੋਈ ਰੋਗ ਥੋੜ੍ਹੀ ਲੱਗੇ ਸਨ, ਕੋਈ ਸਾਨੂੰ ਵਕਤ ਥੋੜ੍ਹੀ ਪਿਆ ਸੀ ਕਿ ਅਸੀਂ ਘਰ-ਬਾਰ ਛੱਡ ਕੇ ਆ ਜਾਈਏ। ਸਾਡੇ ਅੰਦਰ ਵੀ ਤਾਂ ਇਹ ਤਲਬ ਸੀ ਕਿ ਦੁਨੀਆ ਉਹਨੂੰ ਪਿਆਰ ਕਰਦੀ ਹੈ, ਕਿੱਥੇ ਉਹ ਸਾਨੂੰ ਪਿਆਰ ਕਰਨ ਲੱਗ ਜਾਏ। ਬੜੀ ਵੱਡੀ ਖੇਡ ਹੈ ਇਸ ਪੌੜੀ ਦੇ ਵਿੱਚ। ਜਿਹੜਾ ਤੁਸੀਂ ਪਹਿਲੀ ਪੌੜੀ ਦੇ ਵਿੱਚ ਪੜ੍ਹਿਆ ਨਾ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ, ਉਸ ਪਹਿਲੀ ਪੌੜੀ ਦਾ ਉੱਤਰ ਤੁਸੀਂ ਹੁਣ ਚੌਥੀ ਪੌੜੀ ਦੇ ਵਿੱਚ ਲਓਗੇ। ਹੁਣ ਇਹਦੇ ਵਿੱਚ ਪੂਰਨ ਉੱਤਰ ਹੈ ਇਹਦਾ, ਜਿਹਦੇ ਵਿੱਚ ਸਚਿਆਰ ਕਿਵੇਂ ਹੋਈਦਾ। ਕਿਉਂਕਿ ਹੁਕਮ ਹੀ ਗੁਰੂ ਸਾਹਿਬ ਨੇ ਪਹਿਲਾਂ ਉੱਤਰ ਦਿੱਤਾ ਕਿ ਹੁਕਮ ਰਜ਼ਾਈ ਚੱਲਣਾ। ਹੁਕਮ ਨੂੰ ਦੱਸਦਾ ਕਿ ਕੋਈ ਉਹਦੇ ਹੁਕਮ ਨੂੰ, ਪਰ ਇਹ ਵੀ ਦੱਸਦਾ ਕਿ ਹੁਕਮ ਨੂੰ ਕੋਈ ਪੂਰਨ ਬਿਆਨ ਨਹੀਂ ਕਰ ਸਕਦਾ। ਜਿਉਂ ਜਿਉਂ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਹਉਮੈ ਖਤਮ ਹੋਈ, ਹੁਕਮ ਬੁਝਿਆ। ਫਿਰ ਗੁਰੂ ਸਾਹਿਬ ਨੇ ਕਿਹਾ ਦੇਖੋ ਸੁਣੋ ਜੋਗੀਓ, ਹਰ ਕੋਈ ਉਹਨੂੰ ਪਿਆਰ ਕਰਦਾ ਹੈ, ਅਤੇ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਉਹ ਰੱਬ ਸਾਨੂੰ ਪਿਆਰ ਕਰ। ਪੁੱਠੀ ਖੇਡ ਹੈ ਨਾ, ਉਲਟੀ ਗੰਗ ਭਾਵ ਹੈ। ਰੱਬ ਨੂੰ ਸਾਰੇ ਪਿਆਰ ਕਰਦੇ ਹੈ, ਪਰ ਰੱਬ ਸਾਨੂੰ ਪਿਆਰ ਕਰਨ ਲੱਗ ਜੇ, ਇਹਦੀ ਕੀ ਖੇਡ ਹੈ। ਇਹਦਾ ਜ਼ਿਕਰ ਫਿਰ ਸਤਿਗੁਰੂ ਜੀ ਨੇ ਇਸ ਪੌੜੀ ਵਿੱਚ ਦਿੱਤਾ ਹੈ। ਸਾਚਾ। ਅੱਛਾ, ਇੱਕ ਗੱਲ ਹੋਰ ਮੈਂ ਬੇਨਤੀ ਕਰਾਂ। ਦੁਨੀਆ ਦੇ ਵਿੱਚ, ਖਾਸ ਕਰ ਸਾਡੇ ਦੇਸ਼ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਲਿੰਗੁਇਸਟਿਕ ਡਿਪਾਰਟਮੈਂਟ ਦੇ ਵਿੱਚ ਇਸ ਬਾਣੀ ਨੂੰ ਕਾਵਕ ਰਚਨਾ ਦੇ ਅਧੀਨ ਦੇ ਲੈਵਲ ਵਿੱਚ ਵੀ ਰੱਖਿਆ ਗਿਆ, ਪਰ ਇਹ ਕਾਵਕ ਰਚਨਾ ਨਹੀਂ ਹੈ। ਇਸ ਨੂੰ ਕਾਵਕ ਦੀ ਬੰਦਿਸ਼ ਵਿੱਚ, ਕਿਉਂਕਿ ਕਾਵਕ ਰਚਨਾ ਦਾ ਇਹਦਾ ਇੱਕ ਗੁਣ ਨਹੀਂ ਹੈ, ਇਹਦੇ ਗੁਣ ਬੜੇ ਨੇ। ਇਹਦਾ ਜਿਹੜਾ ਮੀਟਰ ਹੈ ਉਹ ਕਿਸੇ ਤੋਲ ਅਤੋਲ ਦੇ ਵਿੱਚ ਨਹੀਂ ਆਉਂਦਾ, ਕਦੀ ਛੋਟੀ ਤੁਕਾਂ ਕਦੀ ਵੱਡੀ ਤੁਕਾਂ। ਇਹਦੇ ਵਿੱਚ ਦੋਹਰਾ ਵੀ ਹੈ, ਇਹਦੇ ਵਿੱਚ ਚੌਪਈ ਵੀ ਹੈ, ਇੱਕ ਤੁਕਾ ਵੀ ਹੈ। ਇੱਕ ਤੁਕ ਅੱਗੇ ਜਾ ਕੇ ਪੜ੍ਹਾਂਗੇ ਅਸੀਂ, ਸਾਲਾਹੀ ਸਾਲਾਹੇ ਤੀ ਸੁਰਤਨਾ। ਇਹਦੇ ਵਿੱਚ ਕਿੰਨਾ ਕੁ ਰੂਪ ਚੱਲ ਰਿਹਾ। ਹਾਂ, ਜਦ ਕੋਈ ਕਾਵਕ ਰਚਨਾ ਕਵੀ ਲਿਖਦਾ ਹੈ ਨਾ, ਉਸ ਦੇ ਵਿੱਚ ਉਹਦੀ ਜ਼ਾਤ ਬੋਲਦੀ ਹੈ। ਸੁਣਿਓ ਦੁਬਾਰਾ, ਕਿਸੇ ਦੀ ਵੀ ਕਾਵਕ ਰਚਨਾ ਕਿਸੇ ਕਵੀ ਵੱਲੋਂ ਲਿਖੀ ਗਈ, ਉਹਦੇ ਵਿੱਚ ਉਹਦੀ ਜ਼ਾਤ ਬੋਲਦੀ ਹੈ।
ਕਿ ਇਹ ਮੈਂ ਲਿਖੀ, ਪਰ ਇਹਦੇ ਇਸ ਰਚਨਾ ਵਿੱਚ ਜ਼ਾਤ ਨਹੀਂ ਬੋਲਦੀ, ਇਸ ਰਚਨਾ 'ਚ ਜੋਤ ਬੋਲਦੀ ਹੈ। ਸਮਝਿਓ ਗੱਲ ਨੂੰ, ਇਹਦੇ ਵਿੱਚ ਜ਼ਾਤ ਨਹੀਂ ਹੈ, ਗੁਰੂ ਨਾਨਕ ਸਾਹਿਬ ਨਹੀਂ ਬੋਲ ਰਹੇ, ਇਹਦੇ ਵਿੱਚ ਜੋਤ ਬੋਲ ਰਹੀ ਹੈ, ਪਾਰ ਬ੍ਰਹਮ ਪਰਮੇਸ਼ਵਰ ਦੀ। ਇਸ ਕਰਕੇ ਕਾਵਕ ਰਚਨਾ ਨਹੀਂ ਹੈ, ਇਹ ਅਗਮੀ ਜੋਤ ਦਾ ਪਸਾਰਾ ਹੈ। ਅਗਮੀ ਜੋਤ, ਜੇ ਕਹੀਏ ਨਾ ਕਿ ਪੂਰਨ ਗਿਆਨ ਨੂੰ ਧਰਤੀ ਦੇ ਕੁੱਜੇ ਵਿੱਚ ਬੰਦ ਕਰ ਸਕਦਾ ਕੋਈ, ਅੱਜ ਤੱਕ ਕਹਿੰਦੇ ਸੀ ਕੋਈ ਨਹੀਂ ਕਰ ਸਕਦਾ, ਪਰ ਅੱਜ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਸਾਹਿਬ ਜੀ ਦਾ ਜਪਜੀ ਸਾਹਿਬ ਪਾਰ ਬ੍ਰਹਮ ਪਰਮੇਸ਼ਵਰ ਦੇ ਪੂਰਨ ਗਿਆਨ ਨੂੰ ਕੁੱਜੇ ਵਿੱਚ ਬੰਦ ਕਰਨ ਦੀ ਇੱਕ ਪੂਰਨ ਸੰਪੂਰਨ ਰਚਨਾ ਦਾ ਸੰਕੇਤ ਹੈ ਕਿ ਹਾਂ, ਜੇ ਕੋਈ ਕਰ ਸਕਦਾ ਤੇ ਉਹੀ ਕਰ ਸਕਦਾ, ਜਿਹਨੂੰ ਜੋਤ ਕਿਹਾ। ਇਸ ਕਰਕੇ ਇਹਦੇ ਵਿੱਚ ਜੋਤ ਦਾ ਦਰਸ਼ਨ ਹੈ, ਅਗਮੀ ਜੋਤ ਦਾ ਦੀਦਾਰ ਹੈ, ਜਿਹਨੂੰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜਿਹਨੂੰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਾਚਾ ਸਾਹਿਬ, ਸਾਹਿਬ ਦੇ ਬੱਬੇ ਨੂੰ ਔਂਕੜ ਹੈ, ਇੱਕ ਵਚਨ ਵਾਹਿਗੁਰੂ। ਬਹੁਤ ਸਾਰੇ ਸਾਹਿਬ ਨਹੀਂ, ਇੱਕ ਸਾਚ ਨਾਏ। ਸੰਪਰਦਾਈ ਟੀਕਿਆਂ ਨੇ ਨਾਏ ਦੇ ਅਰਥ ਕੀਤੇ ਨੇ ਨਿਆਓ, ਕਿ ਵਾਹਿਗੁਰੂ ਦਾ ਨਿਆਓ ਬਹੁਤ ਡਾਢਾ ਹੈ, ਬਿਲਕੁਲ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕਰਨ ਵਾਲਾ। ਦੁਨੀਆ ਦੇ ਇਨਸਾਫ ਦੇ ਤਰਾਜੂ ਡੋਲ ਸਕਦੇ ਨੇ ਦੌਲਤ ਤੇ ਤਾਕਤ ਨੂੰ ਵੇਖ ਕੇ, ਪਰ ਰੱਬ ਤੇਰਾ ਨਿਆਂ ਨਹੀਂ ਡੋਲ ਸਕਦਾ। ਪਰ ਵੀਰ ਸਿੰਘ ਜੀ ਨੇ, ਸਾਹਿਬ ਸਿੰਘ ਜੀ ਨੇ, ਜਗੀਰ ਸਿੰਘ ਜੀ ਨੇ, ਆਪਣਾ ਗੁਲਜ਼ਾਰ ਸਾਹਿਬ ਜੀ ਨੇ, ਕੰਗ ਸਾਹਿਬ ਨੇ, ਇਹਦੇ ਅਰਥ ਜਿਹੜੇ ਕੀਤੇ ਨੇ ਉਹ ਕੀਤੇ ਨੇ ਨਾਮ ਦੇ ਨਾਲ। ਔਰ ਨਾਏ ਦੇ ਇੱਥੇ ਅਰਥ ਨਾਮ ਦੇ ਨਾਲ ਹੀ ਟੁਕਦੇ ਨੇ। ਵਾਹਿਗੁਰੂ ਤੂੰ ਸੱਚਾ ਹੈ, ਤੇ ਜਿਸ ਸੱਚੇ ਨੂੰ ਅੱਗੇ ਪੜ੍ਹ ਕੇ ਆਇਆ, ਇੱਕ ਓੰਕਾਰ ਸਤਨਾਮ, ਇਹ ਉਹਦੀ ਪਰਿਭਾਸ਼ਾ ਹੈ। ਸਾਚਾ ਸਾਹਿਬ ਸਾਚ ਨਾਏ, ਤੇਰਾ ਨਾਮ ਸੱਚਾ ਹੈ, ਭਾਖਿਆ ਭਾਉ ਅਪਾਰ, ਪਰ ਤੇਰੀ ਭਾਸ਼ਾ, ਬਸ ਤੇਰੀ ਭਾਸ਼ਾ ਕੌੜੀ ਨਹੀਂ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਅਵਗੁਣ ਕੋ ਨਾ ਚਿਤਾਰਦਾ। ਜੇ ਅਵਗੁਣ ਚਿਤਾਰੇਗਾ ਤੇ ਫਿਰ ਕੌੜਾ ਬੋਲੇਗਾ, ਉਹ ਅਵਗੁਣ ਹੀ ਨਹੀਂ ਚਿਤਾਰਦਾ ਤੇ ਫਿਰ ਕੌੜਾ ਕਿਉਂ ਬੋਲੇਗਾ। ਇਸ ਕਰਕੇ ਉਹ ਕੌੜਾ ਨਹੀਂ ਬੋਲਦਾ। ਭਾਖਿਆ ਭਾਉ ਅਪਾਰ, ਦੋ ਚੀਜ਼ਾਂ ਦਸੀਆਂ ਨੇ, ਇੱਕ ਵਾਹਿਗੁਰੂ ਦੇ ਨਾਲ ਗੱਲ ਕਿਵੇਂ ਹੋਏਗੀ, ਤੇ ਇੱਕ ਵਾਹਿਗੁਰੂ ਦੇ ਦਰਵਾਜ਼ੇ ਕਦ ਖੁੱਲ੍ਹਦੇ ਨੇ। ਅਸੀਂ ਉਹਦੇ ਨਾਲ ਉਸ ਬੋਲੀ, ਉਸ ਭਾਸ਼ਾ 'ਚ ਗੱਲ ਕਰਨਾ ਚਾਹੁੰਦੇ ਹਾਂ ਜਿਹੜੀ ਉਹ ਸਮਝਦਾ ਨਹੀਂ ਹੈ, ਤੇ ਅਸੀਂ ਉਹਦੇ ਦਰ 'ਤੇ ਉਸ ਵੇਲੇ ਆਵਾਜ਼ਾਂ ਮਾਰਦੇ ਹਾਂ ਜਿਸ ਵੇਲੇ ਉਹਦਾ ਦਰ ਬੰਦ ਹੁੰਦਾ। ਇਹ ਦੋ ਪੁਆਇੰਟ ਇਸ ਪੌੜੀ ਦੇ ਵਿੱਚ ਬੜੇ ਇੰਪੋਰਟੈਂਟ ਨੇ। ਇੱਕ ਤੇ ਆਵਾਜ਼ ਕਿਸ ਭਾਸ਼ਾ ਵਿੱਚ ਮਾਰਨੀ ਹੈ ਉਹ ਦੱਸ ਦਿੱਤਾ, ਇੱਕ ਉਹਦਾ ਦਰ ਕਿਸ ਵੇਲੇ ਖੁੱਲ੍ਹਦਾ ਉਹ ਵੀ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ। ਇਸ ਕਰਕੇ ਬਾਬਾ ਸ਼ੇਖ ਫਰੀਦ ਕਹਿੰਦੇ ਸੀ ਨਾ, ਰਾਤ ਕਥੂਰੀ ਵੰਡੀ ਹੈ ਸੁੱਤਿਆਂ ਮਿਲੈ ਨਾ ਭਾਓ। ਇਹਦਾ ਮਤਲਬ ਫਰੀਦ ਸਾਹਿਬ ਕਹਿੰਦੇ ਤੂੰ ਤਾਂ ਆਵਾਜ਼ਾਂ ਮਾਰਿਆ ਜਦ ਉਹਦਾ ਦਰਵਾਜ਼ਾ ਬੰਦ ਹੁੰਦਾ। ਆਹ ਮੈਂ ਤੈਨੂੰ ਦੱਸਾਂ ਉਹਦਾ ਦਰਵਾਜ਼ਾ ਕਦ ਖੁੱਲ੍ਹਦਾ ਤੇ ਤਾਂ ਉਹਨੂੰ ਆਵਾਜ਼ ਮਾਰ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸਾਚਾ ਸਾਹਿਬ ਸਾਚ ਨਾਏ ਭਾਖਿਆ। ਭਾਖਿਆ ਕਹਿੰਦੇ ਭਾਸ਼ਾ, ਕਿ ਉਹਦੀ ਭਾਖਿਆ ਕਿਹੜੀ ਹੈ, ਉਹਦੀ ਭਾਸ਼ਾ ਕਿਹੜੀ ਹੈ। ਉਹਦੀ ਭਾਸ਼ਾ ਪ੍ਰੇਮ ਵਾਲੀ ਹੈ। ਕੋਈ ਵੀ ਪ੍ਰੇਮ 'ਚ, ਭਾਵੇਂ ਕੋਈ ਫਰੈਂਚ ਬੋਲਣ ਵਾਲਾ ਹੈ, ਕੋਈ ਜਰਮਨ ਬੋਲਣ ਵਾਲਾ ਹੈ, ਕੋਈ ਜ਼ੋਰੈਸਟਰਿਜ਼ਮ ਬੋਲਣ ਵਾਲਾ ਹੈ, ਕੋਈ ਇਸ ਧਰਤੀ 'ਤੇ ਫਾਰਸੀ, ਕੋਈ ਹਿੰਦਵੀ, ਕੋਈ ਹਰਿਆਣਵੀ, ਕੋਈ ਹਿਮਾਚਲੀ, ਕੋਈ ਪੰਜਾਬੀ, ਕੋਈ ਉਰਦੂ, ਕੋਈ ਫਾਰਸੀ, ਕੁਝ ਬੋਲਣ ਵਾਲਾ ਹੈ, ਪਰ ਬੋਲੇ ਪਿਆਰ ਨਾਲ ਉਹਨੇ ਸੁਣ ਲੈਣਾ ਹੈ। ਬਸ ਆਵਾਜ਼ ਉਹਨੂੰ ਪ੍ਰੇਮ। ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ। ਇਸ ਕਰਕੇ ਭਾਖਿਆ ਭਾਉ ਅਪਾਰ, ਆਖੈ ਹੈ ਮੰਗੈ ਹੈ ਦੇਹ ਦੇ। ਇੱਥੇ ਤੁਕ ਨਾਲ ਲੈ ਕੇ ਚਲਿਓ, ਭਾਉ ਅਪਾਰ। ਭਾਉ ਵਿੱਚ ਮੰਗੇਗਾ, ਭਾਉ ਵਿੱਚ ਆਖੇਗਾ, ਪ੍ਰੇਮ ਵਿੱਚ ਆਖੇਗਾ, ਤੇ ਫਿਰ ਉਹ ਹੁਣੇ ਹੀ ਦੇਗਾ। ਆ ਵੱਟ 'ਤੇ ਹੀ ਧਰਿਆ ਹੋਇਆ ਉਹਦਾ। ਆਖੈ ਮੰਗੈ, ਕੋਈ ਆਖੇ ਕਿ ਮੈਨੂੰ ਇਹ ਦੇ, ਮੈਂ ਮੰਗਦਾ, ਅੱਗੋਂ ਦੇ ਦਿੰਦਾ ਹੈ। ਦਾਤ ਕਰੇ ਦਾਤਾਰ, ਉਹਦਾ ਸੁਭਾਅ ਹੀ ਦਾਤਾਰ, ਦਾਤ ਦੇਣ ਵਾਲਾ ਹੈ। ਦਾਤ ਤੋਂ ਬਿਨਾ ਉਹ ਹੈ ਨਹੀਂ ਜੀ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਹੁਣ ਦੋ ਪ੍ਰਸ਼ਨ ਇਕੱਠੇ ਆ ਗਏ। ਇੱਕ, ਤੇਰਾ ਦਰਵਾਜ਼ਾ ਕਦ ਖੁੱਲ੍ਹਦਾ ਹੈ, ਤੇਰਾ ਦੁਆਰ। ਕਹਿੰਦੇ ਕਦ ਦਿਸੇਗਾ ਤੇਰਾ ਦਰਬਾਰ, ਕਿਉਂਕਿ ਦਰਬਾਰ 'ਤੇ ਪਹੁੰਚਣ ਲਈ ਦਰਬਾਰ ਦੁਆਰ ਪਹਿਲਾਂ, ਦਰ ਪਹਿਲਾਂ, ਤੇ ਫਿਰ ਅੱਗੇ ਦਰਬਾਰ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਘਰ ਤੱਕ ਪਹੁੰਚਣ ਲਈ ਦਰ ਤੱਕ ਪਹੁੰਚਣਾ ਪੈਂਦਾ।
ਤੇ ਦਰ ਤੱਕ ਪਹੁੰਚਣ ਦੀ ਨਿਸ਼ਾਨੀ ਕੀ ਹੈ? ਪਹਿਲੇ ਉਹਨੂੰ ਆਵਾਜ਼ ਮਾਰੀਏ ਫੇਰ ਕਿ ਅੱਗੇ ਕੀ ਨਹੀਂ ਪੜਨਾ, ਕਿ ਫੇਰ ਕਿ ਅੱਗੇ ਰੱਖੀਏ, ਅੱਗੇ ਨਹੀਂ ਪੜਨਾ ਤੇ ਰੱਖੀਏ ਨਹੀਂ ਪੜਨਾ, ਅੱਗੇ ਰੱਖੀਏ। ਇਹਦੀ ਮੁਹਾਰਨੀ ਦਾ ਧਿਆਨ ਰੱਖਣਾ। ਮੈਂ ਕੀ ਰੱਖਾਂ ਅੱਗੇ, ਕਿਉਂ ਜੋ ਜੋ ਮੈਂ ਅੱਗੇ ਰੱਖਣ ਦਾ ਸੋਚਦਾ ਉਹ ਪਤਾ ਲੱਗਦਾ ਇਹ ਵੀ ਤੇਰਾ ਦਿੱਤਾ, ਇਹ ਵੀ ਤੇਰਾ ਦਿੱਤਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਤੇਰੇ ਤੋਂ ਮੰਗਿਆ ਤੇ ਤੇਰੇ ਅੱਗੇ ਕੀ ਰੱਖੀਏ। ਜਿਤ ਦਿਸੈ ਦਰਬਾਰ, ਤੇਰਾ ਦਰਬਾਰ ਦਿਸ ਪਏ ਜਿੱਥੇ ਤੂੰ ਬੈਠਾ, ਸਭ ਨੂੰ ਸੰਭਾਲ ਰਿਹਾ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਕਿ ਉਹ ਤੇਰਾ ਦਰਬਾਰ ਕਿਹੜਾ ਮੈਨੂੰ ਦਿਸ ਪਏ। ਮਹਾਂ ਮੂੰਹ ਨਹੀਂ ਪੜਨਾ, ਮਹਾਂ ਹਾਹੇ ਉਤੇ ਘਨੋੜਾ ਹੈ। ਹੋੜਾ ਉਹ ਹੁੰਦਾ ਹੈ, ਘਨੋੜਾ ਆ ਹੁੰਦਾ ਹੈ। ਉਹ ਤੇ ਆ ਲੋਕ ਘਨੋੜੇ ਦੇ ਨਾਲ ਪੜਿਆ ਜਾਂਦਾ ਹੈ। ਕਾਫੀ ਘਨੋੜੇ ਦੇ ਨਾਲ ਪੜਿਆ ਜਾਂਦਾ ਹੈ। ਇਹ ਆ ਵਾਲਾ ਟੋਲ ਇਹ ਹੋੜੇ ਨਾਲ ਪੜਿਆ ਜਾਂਦਾ ਹੈ, ਜਿਹਨੂੰ ਟੋਲ ਟੈਕਸ ਕਹਿੰਦੇ। ਉਹ ਤੇ ਆ ਇਹ ਮਹਾਂ ਘਨੋੜੇ ਦੇ ਨਾਲ, ਮੋਹੋਂ ਨਹੀਂ ਮਹਾਂ ਕਿ ਬੋਲਣ ਬੋਲੀਏ ਮੈਂ ਮੂੰਹ ਤੋਂ ਕੀ ਬੋਲਾਂ। ਜਿਤ ਸੁਣ ਧਰੇ ਪਿਆਰ, ਕਿ ਜਿਹਨੂੰ ਸੁਣ ਕੇ ਤੂੰ ਮੈਨੂੰ ਪਿਆਰ ਕਰਨ ਲੱਗ ਜਾਏ। ਤੂੰ ਮੈਨੂੰ ਦੱਸ ਮੈਂ ਕੀ ਆਖਾਂ ਤੇਰੇ ਅੱਗੇ ਵਾਹਿਗੁਰੂ, ਤੇਰਾ ਦਰਬਾਰ ਦਿਸੇ, ਮੈਂ ਮੂੰਹ ਤੋਂ ਕੀ ਬੋਲਾਂ। ਜਿਹਨੂੰ ਸੁਣ ਕੇ ਦੁਨੀਆ ਤੈਨੂੰ ਪਿਆਰ ਕਰਦੀ ਹੈ, ਪਰ ਤੂੰ ਮੈਨੂੰ ਵਾਹਿਗੁਰੂ ਪਿਆਰ ਕਰਨ ਲੱਗ ਜਾਏ ਜੀ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਬਸ ਉਹਦਾ ਦਰਵਾਜ਼ਾ ਦਰਬਾਰ ਦਾ ਉਸ ਵੇਲੇ ਖੁੱਲ੍ਹਦਾ ਜਿਸ ਵੇਲੇ ਅਸੀਂ ਘਰਾੜੇ ਮਾਰ ਰਹੇ ਹੁੰਦੇ ਹਾਂ, ਜਿਸ ਵੇਲੇ ਅਸੀਂ ਸੁੱਤੇ ਹੁੰਦੇ ਹਾਂ ਬੇਖਬਰ ਹੋ ਕੇ। ਉਹ ਮਹਾਰਾਜ ਕਹਿੰਦੇ ਜਿਸ ਵੇਲੇ ਉਹਦਾ ਦਰਵਾਜ਼ਾ ਖੁੱਲ੍ਹਦਾ ਤੇ ਜਿਸ ਵੇਲੇ ਉਹ ਸਾਡੀ ਬਾਤ ਨੂੰ ਸੁਣਨ ਲਈ ਤਿਆਰ ਹੁੰਦਾ ਹੈ, ਨਾ ਉਸ ਵੇਲੇ ਅਸੀਂ ਜਾਗਦੇ ਹਾਂ ਤੇ ਨਾ ਉਸ ਵੇਲੇ ਅਸੀਂ ਪੁਕਾਰਦੇ ਹਾਂ। ਇਹ ਤੇ ਸ਼ਰਤ ਹੈ ਭਾਈ ਉਹਦੇ ਦਰ ਦੀ। ਉਹਦਾ ਦਰਵਾਜ਼ਾ ਇਸ ਵੇਲੇ ਹੀ ਘੜੀ ਖੁੱਲ੍ਹਦਾ ਹੈ। ਝਾਲਾਂਗੇ ਉੱਠ ਨਾਮ ਜਪ ਨਿਸਬਾਸੁਰ ਆਰਾਧ। ਤਾਂ ਹੀ ਉਹ ਧੰਨ ਗੁਰੂ ਰਾਮਦਾਸ ਜੀ ਨੇ 4 ਵਾਰੀ ਕਹਿ ਤਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਆ ਗਿਆ ਨਾ, ਭਲਕੇ ਉਠ ਹਰ ਨਾਮ ਧਿਆਵੈ, ਫਿਰ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਫਿਰ ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ, ਫਿਰ ਅੱਗੇ ਕਿਆ ਸਵੇਰੇ ਬਿਲਕੁਲ ਅੰਮ੍ਰਿਤ ਵੇਲੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਆ ਬਾਕੀ ਜੋ ਮਰਜ਼ੀ ਦਲੀਲਾਂ ਦੇ ਲਓ ਕਿ ਸਾਰਾ ਵੇਲਾ ਸਾਰਾ ਸਮਾਂ ਅੰਮ੍ਰਿਤ, ਉਹ ਭਾਈ ਠੀਕ ਹੈ ਸਾਰਾ ਵੇਲਾ ਅੰਮ੍ਰਿਤ ਹੈ। ਜੇ ਮੈਂ ਨਹੀਂ ਉੱਠ ਸਕਦਾ ਤੇ ਮੈਂ ਕਹਾਂ ਨਹੀਂ ਜੀ ਸਾਰਾ ਵੇਲਾ ਅੰਮ੍ਰਿਤ ਹੈ, ਇਹ ਦਲੀਲ ਗਲਤ ਹੋਏਗੀ। ਗੁਰਮਤ ਦੀ ਜਿਹੜੀ ਦਲੀਲ ਹੈ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲਾ, ਉਹਦਾ ਦਰਵਾਜ਼ਾ ਪਹਿਲਾ ਪੈਰਾ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾਗਨ ਲਹੰਸੇ ਸਾਈਂ ਕੰਨੋਂ ਦਾਤ। ਜਿਸ ਵੇਲੇ ਉਹਦਾ ਦਰਬਾਰ ਖੁੱਲ੍ਹਦਾ ਉਸ ਵੇਲੇ ਤੂੰ ਸੁੱਤਾ ਹੁੰਦਾ ਹੈ, ਜਿਸ ਵੇਲੇ ਉਹ ਸੁਣਨ ਨੂੰ ਤਿਆਰ ਹੁੰਦਾ ਉਸ ਵੇਲੇ ਤੂੰ ਪੁਕਾਰਦਾ ਨਹੀਂ। ਫਿਰ ਮਹਾਰਾਜ ਕਹਿੰਦੇ ਕਿਸ ਤਰ੍ਹਾਂ ਉਹਦਾ ਦਰਬਾਰ ਦਿਸੇਗਾ, ਕਿਸ ਤਰ੍ਹਾਂ ਉਹ ਤੈਨੂੰ ਪਿਆਰ ਕਰੇਗਾ। ਇਹਦੇ ਵਾਸਤੇ ਬਹੁਤ ਸਾਰੇ, ਇਹਦਾ ਜ਼ਿਕਰ ਮੈਂ ਬਿਲਕੁਲ ਮੈਨੂੰ ਯਾਦ ਹੈ 11 ਸਤੰਬਰ 2018 ਨੂੰ ਮੈਂ ਕੀਤਾ ਸੀ ਕਿ ਇੱਕ ਟਾਈਮ ਲਫ਼ਜ਼ ਸਾਡਾ ਸਾਰਾ ਕੁਝ ਖਾ ਗਿਆ। ਭਲਕਾ ਲੋਢਾ ਵੇਲਾ, ਤਰਕਾਲਾ ਵੇਲਾ, ਆਥਣ ਵੇਲਾ, ਇਹ ਝਾਲਾਂਗੇ ਵੇਲਾ, ਇਹ ਸਭ ਕੁਝ ਖਾ ਗਿਆ। ਟਾਈਮ ਕੀ ਹੋਇਆ, ਬਸ ਟਾਈਮ ਇੰਨਾ ਹੋ ਗਿਆ। ਸ਼ਾਮ ਇਸ ਕਿੰਨੇ ਕੁ ਸਾਰੇ ਅੱਖਰ ਹੈਗੇ। ਅੰਮ੍ਰਿਤ ਵੇਲਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ, ਉਹ ਵੇਲਾ ਜਿਸ ਵੇਲੇ ਵਿੱਚ ਅੰਦਰ ਦੇ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਅੰਦਰ ਤ੍ਰਿਪਤ ਹੁੰਦਾ ਹੈ, ਅੰਦਰ ਭਾਉ ਮਿਲਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤਾਈਓਂ 5 ਪਿਆਰੇ ਰਹਿਤ ਦ੍ਰਿੜ ਕਰਾਉਣ ਲਈ ਇਹ ਦ੍ਰਿੜ ਕਰਾਉਂਦੇ ਆ ਗੁਰੂ ਕੇ ਸਿੱਖਾ। 5 ਵੇਲੇ ਦੀ 5 ਵਕਤ ਦੀ ਬਾਣੀ, 5 ਬਾਣੀਆਂ ਅੰਮ੍ਰਿਤ ਵੇਲੇ ਉੱਠ ਕੇ ਤੂੰ ਪੜ੍ਹਨੀਆਂ ਨੇ। ਅੰਮ੍ਰਿਤ ਵੇਲਾ ਸੱਚ ਨਾਉ, ਸੱਚ ਨਾਉ ਦਾ ਮਤਲਬ ਉਸ ਸੱਚੇ ਨਾਉ ਨੂੰ ਕਿਵੇਂ ਕਰਨਾ, ਵਡਿਆਈ ਵਿਚਾਰ, ਉਹਦੀ ਤੂੰ ਵਿਚਾਰ ਕਰਨੀ ਹੈ ਜੀ। ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਨਦਰੀ ਪੜ੍ਹਨਾ, ਦੁਨੀਆ ਦੇ ਕੱਪੜੇ ਬਹੁਤ ਜ਼ਿਆਦਾ ਇਕੱਠੇ ਕਰੀਏ, ਕੋਈ ਘਾਟ ਨਹੀਂ, ਕਿਸੇ ਨੇ ਨਹੀਂ ਕਿਹਾ, ਮਨਾ ਨਹੀਂ ਕੀਤਾ। ਰੱਜ ਕੇ ਗੁਰੂ ਕੇ ਸਿੱਖ ਕੋਲ ਦੁਨੀਆ ਦਾ ਹਰ ਸੁੱਖ ਹੋਏ। ਅਰਦਾਸ ਹੈ ਕਿ ਧਰਤੀ ਤੇ ਬੈਠਿਆ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹੇ।
ਇਹ ਅਰਦਾਸ ਹੈ ਰੋਜ਼ ਦੀ ਕਿ ਜਿੱਥੇ ਜਿੱਥੇ ਖਾਲਸਾ ਬੈਠਾ ਹੈ ਉਹਦੇ ਉੱਤੇ ਵਾਹਿਗੁਰੂ ਦੀ ਰੱਛਾ ਤੇ ਉਹ ਰੱਜ ਪੁੱਜ ਕੇ ਆਨੰਦ ਮਾਣੇ। ਪਰ ਇੱਕ ਕੱਪੜਾ ਜਿਹੜਾ ਜਿਸ ਤੋਂ ਅਸੀਂ ਵਾਂਝੇ ਹਾਂ ਉਹ ਕੱਪੜਾ ਵੀ ਮੰਗ ਲਈਏ, ਜਿਹੜਾ ਹੈ ਪ੍ਰੇਮ ਪਟੋਲਾ ਤਹਿ ਸ਼ਹਿ ਦਿੱਤਾ ਢੱਕਣ ਕੋ ਪਤ ਮੇਰੀ। ਇਹ ਵਾਹਿਗੁਰੂ ਇਹ ਕੱਪੜਾ ਦੇ ਜਿਸ ਕਰਕੇ ਮੇਰੇ ਵਿਕਾਰਾਂ ਦਾ ਨੰਗੇਜ਼ ਢੱਕਿਆ ਜਾਏ, ਮੇਰੇ ਅੰਦਰ ਦੀ ਬਦਫੈਲੀਆਂ ਨੂੰ ਢੱਕ ਲਿਆ ਜਾਏ। ਇਹ ਵਾਲਾ ਕੱਪੜਾ ਦੇ ਆਪਣੀ ਬਖਸ਼ਿਸ਼ ਦਾ, ਜਿਸ ਤੋਂ ਬਿਨਾਂ ਮੇਰੀ ਦਰਗਾਹ ਦੇ ਵਿੱਚ ਕੋਈ ਪੱਤ ਨਹੀਂ ਢੱਕੀ ਜਾਏਗੀ। ਇਹ ਕੱਪੜਾ ਹੈ ਫਿਰ ਕੋਈ ਇੱਥੇ ਬੇਇੱਜ਼ਤ ਨਹੀਂ ਕਰ ਸਕਦਾ, ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਕਿਸੇ ਦਾ। ਇਹ ਵਾਲਾ ਕੱਪੜਾ ਮੈਨੂੰ ਦੇ, ਬਖਸ਼ਿਸ਼ ਵਾਲਾ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਤੇਰੀ ਨਦਰ ਦੇ ਨਾਲ ਹੀ ਮੋਕਸ਼ ਜਿਹਨੂੰ ਕਿਹਾ ਇਸ ਧਰਤੀ ਦੇ ਵਿੱਚ ਕਿ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਪਰ ਉਹ ਦੁਆਰ ਮਹਾਰਾਜ ਕਹਿੰਦੇ ਕਿੱਥੇ ਬਾਹਰ ਨਾ ਲੱਭਣ ਚਲੇ ਜਾਇਓ, ਜਿਹਨੂੰ ਹੁਣੇ ਪੜ੍ਹ ਕੇ ਆਇਓ ਕਿ ਜਿਤ ਦਿਸੈ ਦਰਬਾਰ। ਮਹਾਰਾਜ ਨੇ ਅੱਗੇ ਜ਼ਿਕਰ ਕਰ ਦਿੱਤਾ ਅੰਮ੍ਰਿਤ ਵੇਲੇ ਸਾਂਭੋ ਗੁਰੂ ਦੇ ਸ਼ਬਦ ਦੀ। ਦੇਖੋ ਬਾਣੀਆਂ 5 ਨੇ ਪਰ ਸੱਚ ਇਹ ਹੈ, ਇੱਕ ਜਪਜੀ ਸਾਹਿਬ ਅੰਮ੍ਰਿਤ ਵੇਲੇ ਟਿਕ ਕੇ ਕੰਠ ਕਰਕੇ ਪੜ੍ਹ ਲਓ ਨਾ, ਉਹ ਦੱਸ ਦੇਗਾ ਕਿ ਕਿੱਡੀ ਕੁ ਰਹਿਮਤ ਹੈ ਇਸ ਬਾਣੀ ਦੇ ਵਿੱਚ, ਕਿੱਡੀ ਕੁ ਰਹਿਮਤ ਹੈ ਇਸ ਬਾਣੀ ਦੇ ਵਿੱਚ, ਕਿੱਡੀ ਬਖਸ਼ਿਸ਼ਾਂ ਹੈ ਇਸ ਬਾਣੀ ਦੇ ਵਿੱਚ। ਬੇਅੰਤ ਰਹਿਮਤਾਂ ਨੇ ਭਾਈ ਇਸ ਬਾਣੀ ਨੂੰ ਅਸੀਂ ਸੱਚੀ ਮੁੱਚੀ ਜਸਟੀਫਾਈ ਨਹੀਂ ਕਰ ਸਕੇ, ਦੱਸ ਨਹੀਂ ਸਕੇ। ਔਰ ਇੱਥੋਂ ਤੱਕ ਗੁਰੂ ਸਾਹਿਬ ਨੇ ਕਿਹਾ ਕਰਤਾਰਪੁਰ 'ਚ ਜੇ ਮੈਨੂੰ ਮਿਲਣ ਆਉਣਾ ਹੈ ਤੇ ਫਿਰ ਜਪਜੀ ਸਾਹਿਬ ਪੜ੍ਹ ਕੇ ਆਈ। ਕੱਲ੍ਹ ਵੀ ਪੜ੍ਹਿਆ ਅਸੀਂ ਜਨਮ ਸਾਖੀ 'ਚ। ਹਰ ਕਿੱਡੀ ਵੱਡੀ ਖੇਡ ਹੈ। ਮਹਾਰਾਜ ਕਹਿੰਦੇ ਕਰਮੀ ਆਵੇ ਕੱਪੜਾ, ਇਸ ਕਰਕੇ ਭਲਿਓ ਬਾਣੀ ਵੱਧ ਤੋਂ ਵੱਧ ਪੜ੍ਹੋ, ਜਪ ਪੜ੍ਹੋ, ਜਾਪ ਪੜ੍ਹੋ, ਸੁਦਾ ਸਵਈਏ ਪੜ੍ਹੋ, ਚੌਪਈ ਆਨੰਦ 40 ਪੌੜੀਆਂ ਪੜ੍ਹੋ, ਜ਼ਰੂਰ ਪੜ੍ਹੋ। ਪਰ ਇੰਨਾ ਪੜ੍ਹੋ, ਇੰਨਾ ਜਪ ਜਾਪ ਕਰੋ ਕਿ ਜਪ ਹੀ ਹੋ ਜਾਈਏ, ਦਿਨ ਰਹਿਣ ਰੋਮ ਰੋਮ ਜਪ ਹੋ ਜਾਈਏ। ਇੱਕ ਗੁਰੂ ਕੇ ਸਿੱਖ ਇੱਕ ਦਿਨ ਮੈਨੂੰ ਮਿਲੇ ਸਨ ਕਿ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਜਪਜੀ ਸਾਹਿਬ, ਮੈਂ ਕਿਹਾ ਅੰਮ੍ਰਿਤ ਵੇਲੇ ਤੇ ਬਹੁਤ ਲਾਜ਼ਮੀ ਹੈ। ਕਹਿੰਦੇ ਜੀ ਮੈਂ ਸਾਰਾ ਦਿਨ ਪੜ੍ਹਦਾ। ਮੈਂ ਕਿਹਾ ਫਿਰ ਮੈਂ ਤੁਹਾਡੇ ਪੈਰਾਂ ਨੂੰ ਨਮਸਕਾਰ ਕਰਦਾ ਜੇ ਤੁਸੀਂ ਸਾਰਾ ਦਿਨ ਜਪ ਪੜ੍ਹਦੇ ਹੋ। ਨਮਸਕਾਰ ਐਸੇ ਗੁਰਸਿੱਖਾਂ ਨੂੰ ਜਿਹੜੇ ਸਦਾ ਹੀ ਪੜ੍ਹਦੇ ਨੇ, ਉਹਨਾਂ ਕੋਲ ਬਖਸ਼ਿਸ਼ ਦਾ ਕੱਪੜਾ ਹੈ ਤੇ ਉਹ ਮੋਖ ਦੁਆਰ ਮਹਾਰਾਜ ਕਹਿੰਦੇ ਅੰਦਰ ਹੈ। ਉਹਨੂੰ ਕਿਹਾ ਨਦਰੀ ਮੋਖ ਦੁਆਰ। ਵਾਹਿਗੁਰੂ ਦੀ ਬਖਸ਼ਿਸ਼ ਨਾਲ ਉਹਦੀ ਪ੍ਰਾਪਤੀ ਨਿਜ ਘਰ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਉਹਦੀ ਸਚਿਆਰਤਾ ਪ੍ਰਾਪਤ ਕਰਨ ਦੇ ਲਈ ਹਉਮੈ ਦਾ ਪਰਦਾ ਕੱਟਣਾ ਪਏਗਾ। ਜਿਉਂ ਹਉਮੈ ਦਾ ਪਰਦਾ ਦੂਰ ਹੋਏਗਾ ਹੁਕਮ ਦੀ ਸੋਝੀ ਆਏਗੀ। ਹੁਕਮ ਇਹ ਹੈ ਕਿ ਅੰਮ੍ਰਿਤ ਵੇਲਾ ਸਾਂਭਣਾ। ਜਿਹਨੇ ਅੰਮ੍ਰਿਤ ਵੇਲਾ ਸਾਂਭਿਆ ਉਹਨੂੰ ਨਿਜ ਘਰ ਦੇ ਵਿੱਚ ਉਹਦੀ ਦੀਦਾਰ ਵਾਲੀ ਪ੍ਰਾਪਤੀ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਆਪ ਸੰਗਤਾਂ ਦੇ ਚਰਨਾਂ 'ਚ ਨਮਸਕਾਰ। ਸਮੇਤ ਮੇਰੇ ਸਤਿਗੁਰੂ ਜੀ ਸਭ ਨੂੰ ਉਦਮ ਬਖਸ਼ਣ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਿ ਚੌਕੜਾ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਬਾ ਹੀ ਸਲਾ ਜਿਨੀ ਧਿਆਇਆ ਇੱਕ ਮਨ ਸੇਈ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ। ਅਸੀਂ ਸਮੇਂ ਨੂੰ ਜਿੱਤ ਸਕੀਏ, ਸਮੇਂ ਦੇ ਨਾਲ ਅਸੀਂ ਆਪਣੀ ਜੀਵਨ ਬਤੀਤ ਕਰ ਸਕੀਏ। ਸਾਰਿਆਂ ਦਾ ਧੰਨਵਾਦ ਹੈ। ਭਾਈ ਸਾਹਿਬ ਜੀ ਦਾ ਵੀ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।